ਜੇ ਮੈਂ ਤੁਹਾਨੂੰ ਪੁੱਛਾਂ ਕਿ ਕੀ ਤੁਸੀਂ ਪਹਾੜ ਦੇਖੇ ਨੇ ਤਾਂ ਯਕੀਨਨ ਸਾਰਿਆਂ ਦਾ ਜਵਾਬ ਹੋਏਗਾ ਕਿ ਹਾਂ, ਜਾਂ ਵੀਡੀਓਜ਼ ਦੇ ਵਿੱਚ ਜਾਂ ਫਿਰ ਤਸਵੀਰਾਂ ਦੇ ਵਿੱਚ, ਫੋਟੋਆਂ ਦੇ ਵਿੱਚ। ਜੇ ਮੈਂ ਪੁੱਛਾਂ ਕਿ ਕੀ ਤੁਸੀਂ ਪਹਾੜਾਂ ਤੇ ਗਏ ਹੋ ਤਾਂ ਯਕੀਨਨ ਬਹੁਤ ਸਾਰੇ ਲੋਕਾਂ ਦਾ ਜਵਾਬ ਹੋਏਗਾ ਹਾਂਜੀ ਗਏ ਹਾਂ, ਪਹਾੜਾਂ ਨੂੰ ਦੇਖਣ ਵਾਸਤੇ, ਉਹਨਾਂ ਦੀ ਖੂਬਸੂਰਤੀ ਨੂੰ ਮਾਣਨ ਵਾਸਤੇ। ਜੋ ਅਸੀਂ ਪਹਾੜਾਂ ਤੇ ਜਾਂਦੇ ਹਾਂ ਤੇ ਦੂਰ ਉੱਚੀਆਂ ਚੋਟੀਆਂ ਨਜ਼ਰ ਆਉਂਦੀਆਂ ਨੇ, ਜਿਹੜੀਆਂ ਬਹੁਤ ਦੂਰ ਹੁੰਦੀਆਂ ਨੇ, ਬਹੁਤ ਉੱਚੀਆਂ ਹੁੰਦੀਆਂ ਨੇ, ਬਰਫ਼ ਨਾਲ ਢੱਕੀਆਂ ਹੁੰਦੀਆਂ ਨੇ। ਕੀ ਤੁਸੀਂ ਉਹਨਾਂ ਤੇ ਗਏ ਹੋ? ਯਕੀਨਨ ਤੁਹਾਡਾ ਜਵਾਬ ਹਾਂ ਨਹੀਂ ਹੋਏਗਾ। ਨਮਸਕਾਰ ਜੀ, ਮੈਂ ਹਾਂ ਰਮਨਪ੍ਰੀਤ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਆ ਛੂ ਲੈ ਜ਼ਿੰਦਗੀ। ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਲੜਕੀ ਨੂੰ ਮਿਲਣਾ ਹੈ ਜਿਹੜੀ ਜਲੰਧਰ ਦੇ ਇੱਕ ਛੋਟੇ ਜਿਹੇ ਪਰਿਵਾਰ 'ਚ ਪੈਦਾ ਹੋਈ ਅਤੇ ਉਸਨੇ ਸੁਪਨਾ ਵੇਖ ਲਿਆ ਦੂਰ ਦਿਖਦੀਆਂ ਹਜ਼ਾਰਾਂ ਫੁੱਟ ਉੱਚੀਆਂ ਚੋਟੀਆਂ ਨੂੰ ਸਰ ਕਰਨ ਦਾ। ਇੱਕ ਧਰਾਤਲੀ ਖੇਤਰ ਤੇ ਪੈਦਾ ਹੋਈ, ਉਸ ਪਰਿਵਾਰ ਵਿੱਚ ਜਿੱਥੇ ਜ਼ਰੂਰਤਾਂ ਨੂੰ ਪੂਰੇ ਕਰਨਾ ਵੀ ਚੁਣੌਤੀ ਸੀ, ਪਰ ਸੁਪਨਾ ਬਹੁਤ ਵੱਡਾ ਸੀ ਔਰ ਇਸ ਸੁਪਨੇ ਨੂੰ ਉਸ ਲੜਕੀ ਨੇ ਪੂਰਾ ਕੀਤਾ, ਚੁਣੌਤੀਆਂ ਨੂੰ ਹਰਾਇਆ, ਮੁਸ਼ਕਲਾਂ ਤੋਂ ਉਭਰੀ ਅਤੇ ਸਰ ਕੀਤੀਆਂ ਹਜ਼ਾਰਾਂ ਫੁੱਟ ਉੱਚੀਆਂ ਪਹਾੜਾਂ ਦੀਆਂ ਚੋਟੀਆਂ। ਆਓ ਮਿਲਦੇ ਹਾਂ ਜਲੰਧਰ ਦੀ ਪ੍ਰਿਆ ਨੂੰ। ਸੂਰਜ ਚੜ੍ਹਦੇ ਹੀ ਜਲੰਧਰ ਦੇ ਬੂਟਾ ਮੰਡੀ ਦੇ ਪਾਰਕ ਵਿੱਚ ਇੱਕ ਕੁੜੀ ਨਜ਼ਰ ਆਉਂਦੀ ਹੈ ਜਿਸ ਦੀਆਂ ਅੱਖਾਂ ਵਿੱਚ ਤੈਰਦੇ ਨੇ ਸੰਸਾਰ ਦੀਆਂ ਉੱਚੀਆਂ ਪਹਾੜੀ ਚੋਟੀਆਂ ਦੇ ਅਕਸ, ਜਿਨ੍ਹਾਂ ਨੂੰ ਸਰ ਕਰਨਾ ਹੀ ਉਸਨੇ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਲਿਆ। ਕਿਸੇ ਕੁੜੀ ਵੱਲੋਂ ਇਹ ਸੁਪਨਾ ਵੇਖਣਾ ਕੋਈ ਆਸਾਨ ਨਹੀਂ ਸੀ। ਪਰਿਵਾਰ ਅਤੇ ਸਮਾਜਿਕ ਮਾਹੌਲ ਵੱਲੋਂ ਮਿਲਿਆ ਨਕਾਰਾਤਮਕ ਪ੍ਰਤੀਕਰਮ ਵੀ ਉਸ ਦਾ ਹੌਸਲਾ ਤੋੜ ਨਾ ਸਕਿਆ ਅਤੇ ਉਹ ਆਪਣੀ ਮਿਹਨਤ, ਜ਼ਿਹਨੀ ਗਿਆਨ ਅਤੇ ਕੁਦਰਤ ਪ੍ਰਤੀ ਡੂੰਘੇ ਸ਼ੁਕਰਾਨੇ ਦੀ ਭਾਵਨਾ ਸਦਕਾ ਜ਼ਿੰਦਗੀ ਦੀ ਜੇਤੂ ਬਣ ਕੇ ਉਭਰੀ। ਉਸਨੇ ਹਜ਼ਾਰਾਂ ਫੁੱਟ ਉੱਚੀਆਂ ਪਹਾੜੀ ਚੋਟੀਆਂ ਨੂੰ ਸਰ ਕੀਤਾ। ਪ੍ਰਿਆ ਛੋਟੀ ਉਮਰ ਵਿੱਚ ਉੱਚੀਆਂ ਪਹਾੜੀ ਚੋਟੀਆਂ ਦੇ ਹੀ ਸੁਪਨੇ ਨਹੀਂ ਦੇਖਦੀ, ਸਗੋਂ ਪਹਾੜਾਂ ਤੋਂ ਵੀ ਉੱਚੀ ਸੋਚ ਅਤੇ ਸਮਝ ਦੀ ਧਨੀ ਵੀ ਹੈ। ਆਓ ਮਿਲਦੇ ਹਾਂ ਪ੍ਰਿਆ ਅੰਬੇਦਕਰ ਨੂੰ। ਪ੍ਰਿਆ ਜੀ ਨਮਸਕਾਰ। ਨਮਸਤੇ, ਕੀ ਹਾਲ ਚਾਲ? ਸਭ ਠੀਕ ਠਾਕ ਹੈ। ਤੁਹਾਡੇ ਦੂਰਦਰਸ਼ਨ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਕਦੀ ਇਹ ਦੇਖਦੇ ਹੁੰਦੇ ਸੀ ਆਪਣੇ ਪਰਿਵਾਰ 'ਚ ਬੈਠ ਕੇ ਦੂਰਦਰਸ਼ਨ ਚੈਨਲ ਦੇਖਣੇ, ਤੇ ਕਦੀ ਸੋਚਿਆ ਨਹੀਂ ਸੀ ਵੀ ਇਸ ਚੈਨਲ ਤੇ ਆਉਣ ਦਾ ਮੌਕਾ ਮਿਲੂਗਾ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰਿਆ ਜੀ, ਅਸੀਂ ਵੀ ਸੋਚ ਨਹੀਂ ਸਕਦੇ ਸੀਗੇ ਕਿ ਪੰਜਾਬ ਜਿੱਥੇ ਪਹਾੜ ਨਾਮ ਮਾਤਰ ਨੇ, ਉਸਦੇ ਕੁਝ ਇਲਾਕਿਆਂ ਨੂੰ ਛੱਡ ਕੇ, ਤੇ ਜਲੰਧਰ ਜਿਹਦੇ ਵਿੱਚ ਤੇ ਹੈ ਹੀ ਨਹੀਂ, ਤੇ ਉੱਥੋਂ ਰਹਿਣ ਵਾਲੀ ਇੱਕ ਛੋਟੀ ਜੀ ਪਿਆਰੀ ਜੀ ਕੁੜੀ ਦੀਆਂ ਛੋਟੀਆਂ ਜੀਆਂ ਅੱਖਾਂ ਵਿੱਚ ਇੰਨੇ ਵੱਡੇ ਪਹਾੜਾਂ ਦਾ ਸੁਪਨਾ ਕਦੋਂ ਆਇਆ, ਕਦੋਂ ਸਮਾਇਆ? ਬਸ ਜਿੱਦਾਂ ਸੋਸ਼ਲ ਮੀਡੀਆ ਤੇ ਦੇਖ ਦੇਖ ਕੇ ਵੀ ਲੋਕ, ਜਿੱਦਾਂ ਵਿਦੇਸ਼ਾਂ ਦੇ ਲੋਕ ਆਪਣੇ ਦੇਸ਼ ਨੂੰ ਬਹੁਤ ਜ਼ਿਆਦਾ ਸਮਰਪਿਤ ਆ, ਜਿੱਦਾਂ ਅਲੱਗ-ਅਲੱਗ ਖੇਤਰਾਂ 'ਚ ਰਿਕਾਰਡ ਬਣਾਉਂਦੇ ਆ। ਸੋ ਮੈਂ ਵੀ ਇਹ ਇੱਕ ख्वाब ਦੇਖਿਆ ਕਿ ਵੀ ਮੈਂ ਅਲੱਗ ਤੋਂ ਕੁਛ ਕਰਾਂ, ਕਿਉਂਕਿ ਮੇਰੀ ਜਿਹੜੀ ਪਰਵਰਿਸ਼ ਆ ਉਹ ਐਜ਼ ਇੱਕ ਮਰਦਾਂ ਵਾਂਗੂ ਹੀ ਹੋਈ ਆ। ਮੇਰੇ ਦਾਦੇ ਪੜਦਾਦਿਆਂ ਨੇ ਮੈਨੂੰ ਇਸ ਤਰ੍ਹਾਂ ਪਾਲਿਆ ਸੀ। ਸੋ ਉਹੀ ਇੱਕ ਭਾਵਨਾ ਸੀ ਵੀ ਕੁਛ ਅਲੱਗ ਕਰਨਾ ਆ, ਜੋ ਹਰ ਇੱਕ ਕਰਦਾ ਉਹ ਮੈਂ ਕੰਮ ਨਹੀਂ ਕਰਨਾ, ਵੀ ਆਪਣੀ ਇੱਕ ਵੱਖਰੀ ਪਛਾਣ ਹੋਵੇ। ਸੋ ਉਹ ਇੱਕ ਚੀਜ਼ਾਂ ਮੈਨੂੰ ਪ੍ਰਭਾਵਿਤ ਕਰ ਗਈਆਂ ਤੇ ਇਸ ਕਰਕੇ ਫਿਰ ਮੈਂ ਇਹ ਪਰਬਤ ਆਰੋਹੀ ਬਣਨ ਦਾ ਇੱਕ ਸੁਪਨਾ ਦੇਖਿਆ। ਸੋ ਕੁਦਰਤ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇਹ ਵਾਲਾ ਗੁਣ ਦਿੱਤਾ। ਅੱਛਾ, ਇਹ ਸੁਪਨਾ ਕਦੋਂ ਤੁਹਾਡੇ ਜ਼ਿਹਨ 'ਚ ਆਇਆ ਜਾਂ ਤੁਹਾਡੀਆਂ ਅੱਖਾਂ ਨੇ ਕਦੋਂ ਇਹ ਸੁਪਨਾ ਦੇਖਿਆ? ਕਿੱਡੇ ਸੀ ਤੁਸੀਂ ਉਸ ਵੇਲੇ? ਮੈਂ ਸੀ ਗ੍ਰੈਜੂਏਸ਼ਨ ਕਰਦੀ ਸੀ ਤੇ NCC ਦੀ ਸਟੂਡੈਂਟ ਸੀ, NCC 2 ਪੰਜਾਬ ਗਰਲਸ ਬਟਾਲੀਅਨ ਦੀ, ਤੇ ਉਹਦੇ ਵਿੱਚ ਮੈਂ ਸੀਨੀਅਰ ਆਫਿਸਰ ਵੀ ਰਹੀ। ਤੇ ਉਦੋਂ ਹੀ ਮਤਲਬ ਕਰਨਲ ਅਤੁਲ ਸ਼ਾਹ ਸਾਹਿਬ ਨਾਲ ਮੈਂ ਇਹ ਗੱਲ ਕੀਤੀ ਸੀ ਵੀ ਮੈਂ ਪਹਾੜਾਂ 'ਤੇ ਜਾਣਾ ਆ, ਤੇ ਉਹਨਾਂ ਨੇ ਕਿਹਾ ਵੀ ਇਹ ਮਜ਼ਾਕ ਨਹੀਂ ਹੈਗਾ। ਤੇ ਮੈਂ ਵੀ ਕਿਹਾ ਵੀ ਸਰ ਵੀ ਮਜ਼ਾਕ ਤਾਂ ਹੁਣ ਸਾਡੇ ਲਈ ਵੀ ਨਹੀਂ ਹੈਗਾ, ਵੀ ਮੈਂ ਐਵਰੈਸਟ ਕਲਾਈਮ ਕਰਨਾ ਆ ਨਾ। ਅੱਛਾ। ਤੇ ਐਵਰੈਸਟ ਦਾ ਨਾਮ ਸੁਣ ਕੇ ਤੇ ਫਿਰ ਉਹਨਾਂ ਨੇ ਜਿੱਦਾਂ ਮਤਲਬ ਪਹਿਲਾਂ ਤਾਂ ਥੋੜਾ ਮੌਕਾ ਦੇਣ ਦੇ ਵਿੱਚ ਔਖਿਆਈ ਹੁੰਦੀ ਆ ਕਿ ਮਤਲਬ ਐਵਰੈਸਟ ਕਿੱਥੇ ਚੀਜ਼ ਆ। ਹਾਂਜੀ, ਤੇ ਇੱਕ ਸਿੱਧਾ ਹੀ ਇੱਕ ਟ੍ਰੇਨਿੰਗ ਹਲੇ ਸ਼ੁਰੂਆਤ ਕੀਤੀ NCC ਤੇ ਹੁਣੇ ਹੀ ਜਾਣ ਦਾ ਇੱਕ ਸੋਚਦੇ ਪਏ ਨਾ।
ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿੱਦਾਂ ਮੈਨੂੰ ਮੌਕਾ ਦਿੱਤਾ ਤੇ ਫਿਰ ਮੈਂ ਐਡਵੈਂਚਰ ਟ੍ਰੇਨਿੰਗ ਦੇ ਵਿੱਚ ਗਈ, ਐਡਵੈਂਚਰ ਮਾਊਂਟੇਨਿੰਗ ਟ੍ਰੇਨਿੰਗ ਦੇ ਵਿੱਚ, ਤੇ ਉੱਥੇ ਸਾਡੀ ਟੀਮ ਨੇ ਜਿੱਦਾਂ 골ਡ ਮੈਡਲ ਜਿੱਤਿਆ ਸੀ। ਤੇ ਉਸ ਤੋਂ ਬਾਅਦ ਜਦੋਂ ਬੇਸਿਕ ਮਾਊਂਟੇਨਿੰਗ ਦੇ ਵਿੱਚ ਗਈ ਆ ਤੇ ਉਦੋਂ ਮਤਲਬ ਕਹਿ ਦੋ ਇਹ ਜਿਹੜੇ 5 ਪਹਾੜ ਸੀ ਇਹ ਉਹਦੇ ਵਿੱਚ ਹੀ ਸੀ। ਅੱਛਾ, ਹਾਂਜੀ। ਇਹ ਤਾਂ ਤੁਹਾਡੀ ਹੋ ਗਈ ਜਰਨੀ ਜਿਹੜੀ ਪਹਾੜਾਂ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਜੀ। ਪਰ ਤੁਹਾਡੇ ਪਹਿਲੇ ਜਵਾਬ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਤੁਹਾਡੀ ਪਰਵਰਿਸ਼ ਜਿਹੜੀ ਹੈ ਮੁੰਡਿਆਂ ਵਾਂਗੂ ਹੋਈ ਹੈ। ਤੁਸੀਂ ਆਪਣੇ ਪਰਿਵਾਰ ਦੇ ਤੁਸੀਂ ਦਾਦਾ ਜੀ ਦਾ ਨਾਮ ਲਿਆ ਜਾਂ ਆਪਣੇ ਫਾਦਰ ਸਾਹਿਬ ਦਾ ਨਾਮ ਲਿਆ ਕਿ ਉਹਨਾਂ ਨੇ ਮੁੰਡਿਆਂ ਵਰਗੀ ਤੁਹਾਡੀ ਪਰਵਰਿਸ਼ ਕੀਤੀ। ਪਰ ਮੇਰੇ ਜ਼ਿਹਨ 'ਚ ਕੁਐਸਚਨ ਇਹ ਆਉਂਦਾ ਹੈ ਕਿ ਫਿਰ ਕੁੜੀਆਂ ਦੀ ਪਰਵਰਿਸ਼ ਕਿੱਦਾਂ ਦੀ ਹੁੰਦੀ ਹੈ ਤੇ ਤੁਸੀਂ ਕੁੜੀ ਹੋਣ ਦੇ ਨਾਤੇ ਤੁਹਾਡੀ ਮੁੰਡਿਆਂ ਦੀ ਪਰਵਰਿਸ਼ ਹੋਈ, ਇਹਨੂੰ ਕਿੱਦਾਂ ਲੈਂਦੇ ਹੋ? ਬਸ ਮੈਨੂੰ ਜਿੱਦਾਂ ਮੈਨੂੰ ਸ਼ੁਰੂ ਤੋਂ ਹੀ ਨਾ ਜਿੱਦਾਂ ਕਹਿ ਦੋ ਸੈਲਫ ਡਿਫੈਂਸ ਸਿੱਖਣੀ, ਖੁਦ ਤੇ ਡਿਪੈਂਡ ਰਹਿਣਾ, ਮੈਨੂੰ ਇਹ ਚੀਜ਼ ਪਸੰਦ ਸੀ। ਮੈਨੂੰ ਇਹ ਨਹੀਂ ਪਸੰਦ ਸੀ ਕਿ ਕੋਈ ਮੇਰਾ ਭਰਾ ਮੇਰੀ ਰਾਖੀ ਕਰੇ, ਮੇਰਾ ਬਾਪ ਜਾ ਕੇ ਮੇਰੀ ਰਾਖੀ ਕਰੇ ਜਾਂ ਮੇਰੇ ਹਸਬੰਡ ਜਾ ਕੇ ਮੇਰੀ ਰਾਖੀ ਕਰਨ। ਮੈਨੂੰ ਇਹ ਆ ਕਿ ਮੈਂ ਨਜਿੱਠਣਾ ਚਾਹੁੰਦੀ ਉਸ ਮੁਸੀਬਤ ਨਾਲ ਜੋ ਵੀ ਮੈਨੂੰ ਆਉਂਦੀ ਆ। ਸੋ ਪਹਾੜਾਂ ਨਾਲ ਮੱਥਾ ਲਾਉਣਾ, ਇਨਸਾਨ ਨਾਲ ਮੱਥਾ ਲਾਉਣਾ, ਮੈਨੂੰ ਲੱਗਦਾ ਫਾਈਟ ਕਰਨੇ ਵਾਲੇ ਸੌਖੀ ਰਹਿੰਦੀ, ਪਹਾੜ ਨਾਲ ਮੱਥਾ ਲਾਉਣਾ ਬਹੁਤ ਔਖਾ ਸੀ। ਸੋ ਇਸੇ ਗਰਾਊਂਡ ਦੇ ਵਿੱਚ ਮੈਂ ਆਪਣਾ ਅਭਿਆਸ ਕੀਤਾ, ਜਾਨੀ ਕਹਿ ਦੋ ਖੁਦ ਨੂੰ ਇੰਨਾ ਕੁ ਸਮਰੱਥ ਬਣਾਇਆ ਕਿ ਉੱਥੇ ਖੜੇ ਹੋ ਸਕੇ। ਤੇ ਉਸ ਤੋਂ ਬਾਅਦ ਜਿਹੜੇ ਉਸਤਾਦ ਲੋਕ ਉੱਥੇ ਮਿਲਦੇ ਉਹ ਤਾਂ ਚਲੋ ਤੁਹਾਨੂੰ ਸਿਖਾਈ ਦਿੰਦੇ ਤਕਨੀਕਾਂ ਸਿਖਾਉਂਦੇ, ਪਰ ਖੜੇ ਹੋਣਾ ਤੱਕ ਕਹਿ ਦੋ ਆਪਣਾ ਦੀਪਕ ਆਪ ਬਣਨ ਦੇ ਬਰਾਬਰ ਹੋ ਜਾਂਦਾ ਆ। ਜਿੱਦਾਂ ਕਿ ਤਥਾਗਤ ਬੁੱਧ ਕਹਿੰਦੇ ਆ ਕਿ ਵੀ ਆਪਣਾ ਦੀਪਕ ਆਪ ਬਣੋ, ਆਪਣੀ ਖੋਜ ਕਰੋ। ਮੈਡੀਟੇਸ਼ਨ ਦੇ ਨਾਲ ਸਾਹ ਲੈਣ ਦੀ ਪ੍ਰਕਿਰਿਆ, ਸਾਹ ਰੋਕਣ ਦੀ ਪ੍ਰਕਿਰਿਆ ਸਿੱਖੀ ਤੇ ਆਪਣੀ ਖੋਜ ਕਰਨੀ ਚਾਹੀ ਵੀ ਮੈਂ ਖੁਦ ਕਿੱਦਾਂ ਆਪਣੇ ਆਪ ਨੂੰ ਨਿਖਾਰ ਸਕਦੀ ਹਾਂ, ਹੋਰ ਗੱਲਾਂ ਵਿੱਚ ਜੋੜ ਸਕਦੀ ਹਾਂ। ਪ੍ਰਿਆ, ਤੁਹਾਡੀਆਂ ਪਹਾੜਾਂ ਨਾਲ ਸੰਬੰਧਿਤ ਗੱਲਾਂ ਤਾਂ ਜਿਹੜੀਆਂ ਮੈਨੂੰ ਅਚੰਭਿਤ ਕਰ ਰਹੀਆਂ ਸੀ, ਪਰ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ ਨਾ ਕਿ ਆਪਣੀ ਖੋਜ ਫਿਰ ਮੈਡੀਟੇਸ਼ਨ ਦੀ ਗੱਲ ਕਰ ਰਹੇ ਹੋ, ਤੁਸੀਂ ਆਪਣੀ ਉਮਰ ਤੋਂ ਥੋੜੇ ਜ਼ਿਆਦਾ ਵੱਡੇ ਲੈਵਲ ਦਾ ਸੋਚ ਰਹੇ ਹੋ। ਮਤਲਬ ਜੇ ਮੈਂ ਆਪਣੀ ਆਮ ਲੋਕਾਂ ਦੀ ਸੋਚ ਵਾਂਗੂ ਸੋਚਾਂ, ਤੁਸੀਂ ਬਚਪਨ ਦੇ ਵਿੱਚ ਪਹਾੜਾਂ ਨੂੰ ਕਿੱਦਾਂ ਦੇਖਦੇ ਸੀ? ਕਿਉਂਕਿ ਜਦੋਂ ਮੈਂ ਆਪਣੀ ਗੱਲ ਕਰਾਂ, ਬਚਪਨ 'ਚ ਜਦੋਂ ਕਹਿੰਦੇ ਸੀ ਨਾ ਇੱਕ ਸੀਨਰੀ ਬਣਾਓ ਤੇ ਅਸੀਂ ਇੱਕ ਝੌਂਪੜੀ ਬਣਾ ਕੇ ਇਦਾਂ ਵਾਹ ਕੇ 2-3 ਪਹਾੜ ਬਣਾਤੇ ਤੇ ਵਿੱਚੋਂ ਸੂਰਜ। ਬਚਪਨ ਦੀ ਕੋਈ ਯਾਦ ਹੈ ਕਿ ਪਹਾੜ ਤੁਹਾਡੇ ਜ਼ਿਹਨ 'ਚ ਕਿੱਦਾਂ ਆਉਂਦੇ ਸੀਗੇ? ਮੈਡਮ ਪਹਾੜਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ। ਅੱਛਾ, ਕੋਈ ਬਚਪਨ 'ਚ ਕੋਈ ਲੈਣਾ ਦੇਣਾ ਸੀ ਨਹੀਂ, ਬਸ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਕਿ ਹਿਮਾਲਿਆ ਪਰਬਤ ਹੈ, ਜੇ ਨੇ ਹਜ਼ਾਰਾਂ ਸਾਲਾਂ ਤੋਂ ਮਤਲਬ ਸਾਡੇ ਦੇਸ਼ ਨੂੰ ਬਚਾ ਕੇ ਰੱਖਿਆ ਆ, ਜਾਂ ਇੱਕ ਕੰਚਨਜੰਗਾ ਪਹਾੜ ਵੀ ਹੈਗਾ। ਪਰ ਜਦੋਂ ਐਕਚੁਅਲ 'ਚ ਟਾਈਗਰ ਹਿੱਲ ਤੇ ਖੜੇ ਹੋ ਕੇ ਦੇਖਿਆ ਸੀ ਕਿ ਉਹ ਸਾਹਮਣੇ ਕੰਚਨਜੰਗਾ ਆ, ਉਹਦਾ ਇੰਨਾ ਕੁ ਫੈਲਾਅ ਸੀ, ਮਤਲਬ ਐਵਰੈਸਟ ਨਾਲੋਂ ਜ਼ਿਆਦਾ ਔਖਾ ਕੰਚਨਜੰਗਾ ਆ, ਜਦ ਕਿ ਐਵਰੈਸਟ ਪਹਿਲੇ ਨੰਬਰ ਤੇ ਹੁੰਦਾ ਕਿ ਕੰਚਨਜੰਗਾ ਦੂਸਰੇ ਨੰਬਰ ਤੇ ਹੁੰਦਾ। ਉਹ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ, ਜ਼ਿਆਦਾਤਰ ਡੈਥ ਰੇਟ ਉੱਥੇ ਦਾ ਹੀ ਆ। ਤੇ ਉਹਨੂੰ ਜਦੋਂ ਲਾਈਵ ਦੇਖਣਾ ਤੇ ਫਿਰ ਤੁਸੀਂ ਮੈਂ ਹੁਣ ਉਹਨੂੰ ਬਿਆਨ ਨਹੀਂ ਕਰ ਸਕਦੀ। ਤੇ ਕਹਿੰਦਾ ਤਾਂ ਕਿਤਾਬਾਂ 'ਚ ਦੇਖਿਆ ਸੀ ਕਿ ਠੀਕ ਆ ਹੈ ਕੁਛ ਇੱਦਾਂ ਦਾ, ਪਰ ਜਦੋਂ ਐਕਚੁਅਲ 'ਚ ਜਦੋਂ ਫੀਲਡ 'ਚ ਆਏ ਤੇ ਪਤਾ ਲੱਗਾ ਵੀ ਅਸਲ 'ਚ ਕੀ ਇਤਿਹਾਸ ਇਹਨਾਂ ਦਾ ਕੀ ਆ, ਵੀ ਜਿਹੜਾ ਇੰਨੇ ਮੁਸ਼ਕਿਲ ਦੱਸਦੇ ਉਹ ਪੈਰ ਪੈਰ ਤੇ ਮੁਸ਼ਕਿਲਾਂ ਜਿਹੜੀਆਂ ਸਾਹਮਣੇ ਆਉਂਦੀ, ਕਹਿ ਦੋ ਕਿ ਇੱਕ ਹੰਡਾਇਆ ਹੋਇਆ ਆ ਸਰੀਰ ਤੇ ਇੱਕ ਇੱਕ ਅੰਗ ਨੇ ਉਹ ਚੀਜ਼ ਨੂੰ ਹੰਡਾਇਆ ਆ, ਵੀ ਇਹੀ ਮੁਸ਼ਕਿਲਾਂ ਆਉਂਦੀਆਂ ਆ। ਮੈਂ ਇੱਥੇ ਕਹਿਣਾ ਚਾਹੂੰਗੀ ਕਿ ਪ੍ਰਿਆ ਹੋਰਾਂ ਦੀ ਇਹ ਪ੍ਰਾਪਤੀ ਤਾਂ ਬਹੁਤ ਵੱਡੀ ਹੈ ਕਿ ਇੱਕ ਛੋਟੇ ਜਿਹੇ ਪਰਿਵਾਰ 'ਚ ਜਲੰਧਰ ਵਰਗਾ ਸ਼ਹਿਰ ਜਿੱਥੇ ਪਹਾੜਾਂ ਨਾਲ ਸੰਬੰਧਿਤ ਕੋਈ ਬਹੁਤ ਵਧੀਆ ਟ੍ਰੇਨਿੰਗ, ਬਹੁਤ ਜ਼ਿਆਦਾ ਟ੍ਰੇਨਿੰਗ ਨਹੀਂ ਹੈ, ਉਹਨਾਂ ਨੇ ਆਪਣਾ ਰਸਤਾ ਚੁਣਿਆ। ਹੈਰਾਨੀ ਮੈਨੂੰ ਇਸ ਗੱਲ ਦੀ ਹੋ ਰਹੀ ਹੈ ਕਿ ਜਿਸ ਡੂੰਘਾਈ ਨਾਲ ਉਹ ਬਿਆਨ ਕਰ ਰਹੇ ਨੇ ਆਪਣੀ ਸੋਚ ਨੂੰ ਔਰ ਆਪਣੇ ਤਜਰਬੇ ਨੂੰ ਜੋ ਪਹਾੜਾਂ ਦੇ ਨਾਲ ਜੁੜੀ ਹੋਈ ਹੈ। ਪ੍ਰਿਆ, ਸੱਚੀ ਮੈਨੂੰ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਮਿਲ ਕੇ। ਔਰ ਮੈਂ ਪੁੱਛਣਾ ਚਾਹੂੰਗੀ ਕਿ ਸਭ ਤੋਂ ਪਹਿਲੀ ਵਾਰ ਜਦੋਂ ਤੁਸੀਂ ਪਹਾੜ ਤੇ ਪਹਿਲਾ ਪੈਰ ਪਾਇਆ, ਉਹ ਕਿਹੜਾ ਮੌਕਾ ਸੀਗਾ? ਉਹਦਾ ਤਜਰਬਾ ਕੀ ਰਿਹਾ? ਔਰ ਉਸ ਤਜਰਬੇ ਵਿੱਚ ਕੀ ਕੋਈ ਚੈਲੰਜ ਸੀਗਾ ਕਿ ਬੜੀ ਆਸਾਨੀ ਨਾਲ ਹੋ ਗਿਆ ਸੀਗਾ? ਟਾਈਗਰ ਹਿੱਲ ਸਭ ਤੋਂ ਪਹਿਲਾਂ ਕੀਤਾ ਸੀ 8000 ਫੁੱਟ ਦਾ। ਉਦੋਂ ਤੁਸੀਂ ਕਿੱਡੇ ਸੀਗੇ, ਕਿੰਨੀ ਕਹਿ ਦੋ ਕਿ 2016 ਦੇ ਵਿੱਚ ਮੈਂ ਤਕਰੀਬਨ ਕਰ ਲਿਆ ਸੀ, ਉਦੋਂ ਹੀ ਮੌਕਾ ਮਿਲਿਆ ਸੀ ਫਸਟ ਟਾਈਮ ਜਾਣ ਦਾ। ਤੇ ਟਾਈਗਰ ਹਿੱਲ 8000 ਨੂੰ ਕੀਤਾ ਸੀ, ਤਿੰਨ ਮੈਚ 3 ਘੰਟਿਆਂ ਦੇ ਵਿੱਚ ਕੀਤਾ ਸੀ। ਤੇ ਉਹ ਥੋੜਾ ਜਿਹਾ ਮੁਸ਼ਕਿਲ ਆਉਂਦਾ ਸੀ ਕਿਉਂਕਿ ਫਸਟ ਟਾਈਮ ਹੀ ਜਦੋਂ ਤੁਸੀਂ ਪਹਾੜ ਤੇ ਚੜ੍ਹਨਾ, ਚਲੋ ਟ੍ਰੇਨਿੰਗ ਤਾਂ ਹੁੰਦੀ, ਲੇਕਿਨ ਜਦੋਂ ਅਖਾੜੇ 'ਚ ਪੈਰ ਰੱਖਣਾ ਹੀ ਆ ਤੇ ਉਹ ਪਹਿਲਾਂ ਮੁਸ਼ਕਿਲ ਲੱਗਦਾ ਸੀ। ਤੇ ਮੇਰੇ ਨਾਲ ਕੁਝ ਸਾਊਥ ਇੰਡੀਅਨਸ ਮਾਊਂਟੇਨੀਅਰ ਸੀ ਤੇ ਉਹਨਾਂ ਨੇ ਜਿੱਦਾਂ ਮੈਨੂੰ ਕਹਿ ਦੋ ਮੋਟੀਵੇਟ ਕਰਨਾ ਕਿ 1 ਸਟੈਪ ਮੋਰ ਅਸੀਂ ਤੇਰੇ ਨਾਲ ਆ, ਮਤਲਬ ਕਿ ਕੁਦਰਤ ਬਾਹਾਂ ਫੈਲਾ ਕੇ ਖੜੀ ਆ ਵੀ ਤੂੰ ਇੱਕ ਕਦਮ ਹੋਰ ਰੱਖ।
ਹੈਨਾ। ਸੋ ਉਹੀ ਇੱਕ ਕਦਮ ਹੋਰ ਰੱਖਦੇ ਰੱਖਦੇ ਅੱਜ ਤੁਸੀਂ ਦੇਖੋ ਉਹ ਸਮਾਂ ਜਾਂਦਾ, ਅੱਜ ਦਾ ਸਮਾਂ ਆਉਂਦਾ। ਕੁਦਰਤ ਸਾਰਾ ਕੁਝ ਦੇਖਦੀ ਹੈ ਕਿ ਇਨਸਾਨ ਕੀ ਕਰਦਾ ਕੀ ਨਹੀਂ ਕਰਦਾ, ਕਿੰਨਾ ਕੁ ਸੱਚਾ ਅਭਿਆਸ। ਇੱਕ ਅਭਿਆਸ ਹੋ ਜਾਂਦਾ, ਇੱਕ ਸਮਿਕ ਅਭਿਆਸ ਹੁੰਦਾ ਆ। ਇਹ ਕੀ ਹੈ ਸਮੇਕ ਸਮੇਕ ਅਭਿਆਸ ਹੁੰਦਾ ਵੀ ਜਾਨੀ ਕਿ ਬਿਲਕੁਲ ਸੱਚੀ ਨਿਸ਼ਚਾ ਨਾਲ ਕੀਤਾ ਗਿਆ, ਨਿਸ਼ਠਾ ਨਾਲ ਕੀਤਾ ਗਿਆ ਔਰ ਪੂਰੀ ਫੋਕਸ ਹੋ ਕੇ। ਉਹਨੂੰ ਇਹ ਹੁੰਦਾ ਵੀ ਕੁਦਰਤ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਉਸਤਾਦ ਨੂੰ ਆਪਣੇ ਦਿਲ 'ਚ ਧਾਰ ਕੇ ਨਾ ਉਹਦਾ ਸਮੇਕ ਅਭਿਆਸ। ਇੱਕ ਹੁੰਦਾ ਨੋਰਮਲ ਅਭਿਆਸ ਕਰਨਾ, ਉਹ ਚੀਜ਼ ਨਹੀਂ। ਮਤਲਬ ਤੁਹਾਡਾ ਸਰੀਰ ਵੀ ਹੈ, ਤੁਹਾਡੀ ਆਤਮਾ ਵੀ ਹੈ, ਤੁਹਾਡੀ ਸੋਚ ਵੀ ਹੈ, ਸਾਰਾ ਕੁਝ ਜਿਹੜੀ ਉਹ 'ਚ ਲੱਗੀ ਹੋਈ ਹੈ। ਬਿਲਕੁਲ। ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਜਿੱਦਾਂ ਕਿ ਪਹਾੜ ਤੇ ਲਾਪਰਵਾਹੀ ਦੀ ਜਗ੍ਹਾ ਨਹੀਂ ਹੈਗੀ। ਸੋ ਇਸ ਲਈ ਉਹ ਮੈਡੀਟੇਸ਼ਨ ਦੇ ਨਾਲ ਹੀ ਇੱਕ ਕਹਿ ਦੋ ਕਿ ਫੋਕਸ ਕਲੀਅਰ ਹੁੰਦਾ ਹੈ ਕਿ ਫੋਕਸ ਹੈ। ਤੇ ਉਹ ਇਸ ਕਰਕੇ ਅਗਰ ਪਹਾੜਾਂ ਤੇ ਜਿਹੜੀਆਂ ਸੱਟਾਂ ਲੱਗਦੀਆਂ ਆ ਨਾ ਉਹ ਬਹੁਤ ਗੁੱਝੀਆਂ ਸੱਟਾਂ ਲੱਗ ਜਾਂਦੀਆਂ ਆ। ਤੇ ਇਸ ਲਈ ਲਾਪਰਵਾਹੀ ਦੀ ਕੋਈ ਜਗ੍ਹਾ ਨਹੀਂ। ਕਈ ਵਾਰੀ ਲੋਕਾਂ ਦੀ ਜਿਹੜੀ ਆ ਉਹ ਜਾਨ ਤੇ ਵੀ ਬਣ ਜਾਂਦੀ ਹੈ। ਤੇ ਤੁਹਾਨੂੰ ਪਤਾ ਹੀ ਹੋਣਾ ਆ ਕਿ ਵੀ ਹਿਮਾਲਿਆ ਪਰਬਤ, ਐਵਰੈਸਟ ਤੇ ਹੋਰ ਕੰਚਨਜੰਗਾ ਤੇ ਵੀ ਤੇ ਬਹੁਤ ਸਾਰੀਆਂ ਜਿੱਦਾਂ ਡੈਥ ਰੇਟ ਜ਼ਿਆਦਾ ਆ। ਤੁਸੀਂ ਆਪਣੀ ਗੱਲ ਕੀਤੀ ਸੀ ਕਿ ਜਦੋਂ ਤੁਸੀਂ ਪਹਿਲੀ ਵਾਰ ਗਏ ਤੇ ਨਾਲ ਦੇ ਜਿਹੜੇ ਪਰਵਤਾਰੋਹੀ ਸੀ ਤੁਹਾਨੂੰ ਬੈਕਅਪ ਕਰ ਰਹੇ ਸੀ ਕਿ ਵਨ ਸਟੈਪ ਮੋਰ, ਇੱਕ ਕਦਮ ਹੋਰ, ਇੱਕ ਉਹਦੇ ਚ ਸਾਰੀਆਂ ਆਵਾਜ਼ਾਂ ਮੇਲ ਵੌਇਸਿਸ ਹੀ ਸੀਗੀਆਂ ਕਿ ਫੀਮੇਲ ਵੌਇਸਿਸ ਵੀ ਸੀਗੀਆਂ? ਜ਼ਿਆਦਾਤਰ ਮੇਲ ਦੀਆਂ ਸੀ। ਕਿੰਨੀਆਂ, ਮੇਰਾ ਭਾਵ ਪੁੱਛਣ ਦਾ ਕਿ ਕੁੜੀਆਂ ਕਿੰਨੀਆਂ ਕੁ ਨੇ ਇਸ ਖੇਤਰ ਦੇ ਵਿੱਚ ਤੇ ਪੰਜਾਬ ਚੋਂ ਕਿੱਦਾਂ ਦੇ ਰੁਝਾਨ ਨਜ਼ਰ ਆਉਂਦੇ ਨੇ? ਜਿੱਦਾਂ ਕਹਿ ਦੋ ਕਿ ਜਦੋਂ ਹੁਣ ਮੈਂ ਬੇਸਿਕ ਟ੍ਰੇਨਿੰਗ 'ਚ ਗਈ ਸੀ, ਜਾਨੀ ਇਹਦੇ ਵਿੱਚ ਜਿਹੜੇ 5 ਪਹਾੜ ਹੋਏ ਸੀ ਤੇ ਉਹਦੇ ਵਿੱਚ ਤਾਂ ਅਸੀਂ ਕਹਿ ਦੋ ਕਿ 60 ਕਲਾਈਂਬਰ ਸੀ, ਲੇਡੀਜ਼ ਦਾ ਬੈਚ ਸੀ ਉਹ। ਅੱਛਾ। 60 ਕਲਾਈਂਬਰ ਸੀ ਤੇ ਪੰਜਾਬ ਦੇ ਵਿੱਚੋਂ ਤਾਂ ਨਹੀਂ ਕੋਈ ਨਾਮ ਮਾਤਰ ਹੀ ਆ। ਜਿੱਦਾਂ ਕਹਿ ਦੋ ਇੱਕ ਮਸੀ ਗਿਣ ਸਕਦੇ, ਇੱਕ ਦੋ ਮਤਲਬ ਤੁਸੀਂ ਕਹਿ ਦੋ। ਤੇ ਬਾਕੀ ਜਿਹੜੇ ਇੰਡੀਆ ਦੇ ਵੱਖ-ਵੱਖ ਸਟੇਟਾਂ ਆ ਉਹ ਸਟੇਟਸ ਦੇ ਵਿੱਚੋਂ ਇੱਕ ਅੱਧੇ ਮਾਊਂਟੇਨੀਅਰਸ ਆਉਂਦੇ ਆ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕਰਨ ਆਉਂਦੇ ਆ ਤੇ ਕੁਝ ਕੁ ਜਿਹੜੇ ਕਹਿ ਦੋ ਫੋਨਰ ਆਉਂਦੇ ਆ। ਕੀ ਕੁਝ ਸਕਿੱਲਸ ਚਾਹੀਦੀਆਂ ਨੇ ਇੱਕ ਬਿਹਤਰੀਨ ਪਰਬਤਾਰੋਹੀ ਬਣਨ ਲਈ? ਬਸ ਲਗਨ, ਇੱਕ ਸ਼ਬਦ 'ਚ ਕਮਾਂ ਲਗਨ ਚਾਹੀਦੀ ਆ, ਮੁਹੱਬਤ ਚਾਹੀਦੀ ਆ। ਹੁਣ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਨਾ ਤੇ ਮੇਰੀਆਂ ਅੱਖਾਂ ਦੇ ਵਿੱਚ ਉਹ ਪਹਾੜ ਦਾ ਸੀਨ ਆ ਹੀ ਜਾਂਦਾ ਕਿ ਮਤਲਬ ਬਣਿਆ ਆ। ਮੈਂ ਉਹਨੂੰ ਮਤਲਬ ਮੇਰੀਆਂ ਆਉਂਦਾ ਆ ਕਿ ਕਹਿ ਦੋ ਕਿ ਉਹ ਮੁਹੱਬਤ ਘੱਟ ਨਹੀਂ ਹੋਣੀ ਚਾਹੀਦੀ, ਲਗਨ ਨਹੀਂ ਘੱਟ ਹੋਣੀ ਚਾਹੀਦੀ, ਹੈ ਨਾ। ਆਈਨਸਟਾਈਨ ਨੂੰ ਕਿਸੇ ਨੇ ਪੁੱਛਿਆ ਸੀ ਵੀ ਤੂੰ ਵੀ ਕਿਸੇ ਚੀਜ਼ ਨੂੰ ਵੀ ਤੂੰ ਇੰਨਾ ਸਫਲ ਸਾਇੰਟਿਸਟ ਆ, ਇਹਦੇ ਵਿੱਚ ਮੂਲ ਮੰਤਰ ਕੀ ਆ? ਤੇ ਉਹਨੇ ਇੱਕ ਸ਼ਬਦ ਕਿਹਾ ਸੀ ਕਿ ਲਗਨ ਹੋਣੀ ਜ਼ਰੂਰੀ ਆ। ਤੇ ਪ੍ਰਿਆ, ਜਦੋਂ ਜਿਵੇਂ ਹਰ ਗੇਮ ਹੈ ਜਿਹੜੀ ਉਹਦੇ ਆਪਣੀਆਂ ਖੇਡ ਦਾ ਸਮਾਨ ਹੁੰਦਾ ਹੈ, ਆਪਣੀਆਂ ਚੀਜ਼ਾਂ ਹੁੰਦੀਆਂ ਨੇ, ਟੂਲਸ ਹੁੰਦੇ ਨੇ, ਤੇ ਇੱਕ ਪਰਬਤਾਰੋਹੀ ਦੇ ਟੂਲਸ ਕੀ ਹੁੰਦੇ ਨੇ? ਪਰਬਤਾਰੋਹੀ ਦੇ ਬਹੁਤ ਸਾਰੇ ਟੂਲਸ ਹੁੰਦੇ ਨੇ। ਸੋ ਉਹਨਾਂ ਨੂੰ ਹਲੇ ਤੱਕ ਜਿੱਦਾਂ ਕਹਿ ਦੋ ਹਲੇ ਮੈਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਵਰਤਣ ਦਾ ਹਲੇ ਢੰਗ ਨਹੀਂ ਆਇਆ। ਸੋ ਜ਼ਿਆਦਾਤਰ ਜਿਹੜੀਆਂ ਮਾਊਂਟੇਨਰਿੰਗ ਰੋਪਸ ਹੁੰਦੀਆਂ ਆ ਤੇ ਹਾਰਨੈਸ ਹੁੰਦੀ ਆ, ਕੈਰਾਬਿਨਰ ਹੁੰਦੇ ਆ, ਤੁਹਾਡੀ ਡਰੈਸ ਹੁੰਦੀ ਆ, ਜਿਹੜੇ ਇੱਕ ਸ਼ੂਜ਼ ਹੁੰਦੇ ਆ, ਸ਼ੂਜ਼ ਦੇ ਥੱਲੇ ਜਿਹੜੀਆਂ ਕਿੱਲਾਂ ਲੱਗਦੀਆਂ ਉਹ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਆ। ਫਿਰ ਕਹਿ ਦੋ ਆਈਸ ਐਕਸੈਸ ਹੁੰਦੀਆਂ ਜਿਹਨੂੰ ਤੁਸੀਂ ਬਰਫ਼ ਦੇ ਪਹਾੜਾਂ ਦੇ ਵਿੱਚ ਵਰਤ ਸਕਦੇ ਆ। ਸੋ ਕਈ ਤਰ੍ਹਾਂ ਦੇ ਇਹੋ ਜਿਹੇ ਇਕਵਿਪਮੈਂਟ ਹੁੰਦੇ ਆ। ਜਿਹੜਾ ਇੱਕ ਪਰਬਤਾਰੋਹੀ ਪਰਬਤ ਸਰ ਕਰਨ ਜਾਂਦਾ ਹੈ ਉਹ ਨਾਲ ਕੁਝ ਖਾਣ ਜਾਂ ਪੀਣ ਲਈ ਵੀ ਲੈ ਕੇ ਜਾਂਦਾ ਸਮਾਨ? ਉਹ ਕੁਕਿੰਗ ਟੀਮ ਨਾਲ ਹੁੰਦੀ ਆ। ਅੱਛਾ, ਟੀਮ ਨਾਲ? ਹਾਂਜੀ, ਕੁਕਿੰਗ ਟੀਮ ਨਾਲ ਹੁੰਦੀ, ਰੈਸਕਿਊ ਟੀਮ ਨਾਲ ਹੁੰਦੀ ਆ, ਟੀਚਰ ਦੀ ਇੰਸਟ੍ਰਕਟਰ ਟੀਮ ਅਲੱਗ ਹੁੰਦੀ ਆ ਤੇ ਮਤਲਬ ਇਹੋ ਜਿਹੀਆਂ ਕਈ ਟੀਮ, ਮੈਡੀਕਲ ਟੀਮ ਵੀ ਨਾਲ ਹੁੰਦੀ ਆ। ਪ੍ਰਿਆ, ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਰੇ ਪ੍ਰੋਫੈਸ਼ਨ ਨਾਲ, ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ, ਉਸ ਨਾਲ ਜੁੜੀਆਂ ਸੀ। ਹੁਣ ਆਪਾਂ ਪਰਿਵਾਰ ਤੇ ਆਈਏ। ਜਦੋਂ ਇੱਕ ਪਰਿਵਾਰ ਦੀ ਕੁੜੀ ਨੇ ਪਹਿਲੀ ਵਾਰ ਕਿਹਾ ਕਿ ਮੈਂ ਪਰਬਤਾਰੋਹਣ ਕਰਨਾ ਹੈ, ਪਹਾੜਾਂ ਤੇ ਚੜ੍ਹਨਾ ਹੈ, ਪਰਿਵਾਰ ਵਿੱਚੋਂ ਕਿੱਦਾਂ ਦੀ ਆਵਾਜ਼ ਆਈ ਸੀ? ਪਰਿਵਾਰ ਵਿੱਚੋਂ ਕਿੱਦਾਂ ਦਾ ਪ੍ਰਤੀਕਰਮ ਸੀਗਾ? ਪਹਿਲਾਂ ਤਾਂ ਕਿਹਾ ਸੀ ਕਿ ਨਹੀਂ ਵੀ ਇਹ ਤੇਰੇ ਕੋਲ ਨਹੀਂ ਹੋਣਾ। ਮਤਲਬ ਸ਼ਾਇਦ ਉਸ ਟਾਈਮ ਮੈਂ ਬਹੁਤ ਪਤਲੀ ਵੀ ਸੀ, ਸ਼ਾਇਦ ਸਰੀਰ ਨੂੰ ਦੇਖ ਕੇ ਕਹਿਤਾ ਹੋਵੇ ਵੀ ਨਹੀਂ ਹੋਣਾ। ਤੇ ਪਰ ਫਿਰ ਜਿੱਦਾਂ ਕਹਿ ਦੋ ਨਾ ਕਿ ਵੀ ਉਹ ਕਰਨਾ ਸੀ ਤੇ ਹੌਲੀ ਹੌਲੀ ਸਰੀਰ ਸ਼ੇਪ ਦੇ ਵਿੱਚ ਆ ਜਾਂਦਾ ਹੈ। ਜਦੋਂ ਤੁਸੀਂ ਆਪਣਾ ਅਭਿਆਸ ਕਰਦੇ ਨਾ, ਜਾਂ ਤੁਹਾਡੀ ਖੁਰਾਕ ਕੀ ਆ ਉਹ ਸਰੀਰ ਸ਼ੇਪ 'ਚ ਆ ਜਾਂਦਾ ਹੈ। ਤੇ ਪਰ ਫੈਮਿਲੀ ਵੱਲੋਂ ਇਹ ਸੀ ਕਿ ਵੀ ਸ਼ਾਇਦ ਨਹੀਂ ਕਰ ਸਕਦੇ ਤੁਸੀਂ। ਜਦੋਂ ਫਸਟ ਟਾਈਮ ਟ੍ਰੇਨਿੰਗ ਤੇ ਜਾਣਾ ਸੀ, 2 ਪੰਜਾਬ ਗਰਲਸ ਬਟਾਲੀਅਨ ਨੇ ਸਪੋਂਸਰ ਕੀਤਾ ਸੀ, ਉੱਧਰੋਂ ਜਾਣਾ ਸੀ ਤੇ ਉਸ ਟਾਈਮ ਫੈਮਿਲੀ ਨੇ ਸਪੋਰਟ ਕੀਤਾ ਕਿਉਂਕਿ ਨਾਲ ਹੋਸਟਲ ਦੇ ਵਾਰਨਰ ਨੇ ਵੀ ਜਾਣਾ ਸੀ ਤੇ ਐਨਸੀਸੀ ਵੱਲੋਂ ਵੀ ਇੱਕ ਦੇ ਨੁਮਾਇੰਦੇ ਨੇ ਜਾਣਾ ਸੀ ਤੇ ਉਹ ਪਰ ਉਸ ਟਾਈਮ ਕੋਈ ਪ੍ਰੋਬਲਮ ਨਹੀਂ ਹੋਈ। ਲੇਕਿਨ ਜਦੋਂ ਬੇਸਿਕ ਟ੍ਰੇਨਿੰਗ ਦੇ ਵਿੱਚ ਜਾਣਾ ਸੀ, ਕਿਉਂਕਿ ਬੇਸਿਕ ਟ੍ਰੇਨਿੰਗ ਤੋਂ ਬਾਅਦ ਤੁਸੀਂ ਕੋਈ ਵੀ 7 ਮਹਾਦੀਪਾਂ ਵਿੱਚੋਂ ਤੁਸੀਂ ਫਤਿਹ ਕਰਨ ਲਈ ਜਾ ਸਕਦੇ, ਵੈਲਿਡ ਹੋ ਜਾਂਦੇ ਆ।
ਤੇ ਜਦੋਂ ਬੇਸਿਕ ਮਾਊਂਟੇਨਿੰਗ ਕੋਰਸ ਹੋਇਆ ਸੀ ਤੇ ਇਹਦੇ ਵਿੱਚ ਜਦੋਂ ਮੈਂ ਇਕੱਲੀ ਨਾ ਜਾਣਾ ਸੀ ਕਿਉਂਕਿ ਐਨਸੀਸੀ ਵੀ ਸਮਾਪਤ ਹੋ ਗਈ ਸੀ ਤੇ ਪੂਰੀ ਹੋ ਗਈ ਸੀ ਤੇ ਕਾਲਜ ਵੀ ਹੋ ਗਿਆ ਸੀ ਗ੍ਰੈਜੂਏਸ਼ਨ। ਤੇ ਉਸ ਤੋਂ ਬਾਅਦ ਔਖਿਆਈ ਹੋਈ ਕਿ ਵੀ ਹੁਣ ਪ੍ਰਿਆ ਨੇ ਇਕੱਲੀ ਨਾ ਜਾਣਾ, ਇਕੱਲੀ ਨੇ ਅਲੱਗ ਸਟੇਟ 'ਚ ਜਾਣਾ ਵੈਸਟ ਬੰਗਾਲ ਦੇ ਵਿੱਚ ਨਾ, ਵੀ ਮਾਹੌਲ ਵੀ ਖਰਾਬ ਆ ਤੇ ਵੀ ਨਹੀਂ ਜਾਣ ਦੇਣਾ ਇਹਨੂੰ। ਤੇ ਮਤਲਬ ਫਿਰ ਮੇਰੇ ਮੰਮੀ ਡੈਡੀ ਨੇ ਮੇਰਾ ਸਾਥ ਨਹੀਂ ਦਿੱਤਾ ਸੀ ਵੀ ਨਹੀਂ ਜਾਣਾ। ਤੇ ਮੈਂ ਆਪਣੇ ਸਰਟੀਫਿਕੇਟ ਤੇ ਪਲੱਸ ਆਪਣੇ ਮੈਡਲ ਚੱਕ ਕੇ ਕੂੜੇ 'ਚ ਸਿੱਟ ਦਿੱਤੇ ਸੀ ਵੀ ਜੇ ਮੈਂ ਮੇਰੀ ਇੰਨੀ ਕਾਬਲੀਅਤ ਹੋਣ ਤੇ ਵੀ ਮੈਂ ਅੱਗੇ ਨਹੀਂ ਜਾ ਸਕਦੀ ਹੈ ਨਾ, ਤਾਂ ਫਿਰ ਮੈਂ ਇਸ ਚੀਜ਼ ਦਾ ਕੀ ਕਰਨਾ। ਤੇ ਫਿਰ ਜਿੱਦਾਂ ਮੇਰੇ ਛੋਟੇ ਭਰਾ ਨੇ ਕਿਹਾ ਸੀ ਵੀ ਕੋਈ ਨਹੀਂ, ਚਾਹੇ ਮੈਨੂੰ ਪੀਜ਼ਾ ਵੇਚਣਾ ਪਵੇ, ਚਾਹੇ ਮੈਨੂੰ ਡਿਲੀਵਰੀਆਂ ਕਰਨੀਆਂ ਪਵੇ, ਤੈਨੂੰ ਹਿਮਾਲਿਆ ਪਰਬਤ ਕਰਾ ਕੇ ਸਾਹ ਲਵਾਂਗੇ ਹੈ ਨਾ, ਤੂੰ ਉੱਠ, ਤੂੰ ਕੋਈ ਨਹੀਂ ਕਰ। ਫਿਰ ਮੇਰੀ ਆਪਣੀ ਸੁਸਾਇਟੀ ਦੇ ਬੰਦਿਆਂ ਨੇ, ਡਾਕਟਰ ਅੰਬੇਦਕਰ ਚੇਤਨਾ ਮਾਰਚ ਸੁਸਾਇਟੀ ਨੇ ਮਤਲਬ ਮੇਰਾ ਸਾਥ ਦਿੱਤਾ। ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਆਹ ਕਰਨਾ ਆ, ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਆ, ਤੇ ਫਿਰ ਉਹਨਾਂ ਨੇ ਮੈਨੂੰ ਸਪਾਂਸਰ ਕੀਤਾ ਸੀ। ਤੇ ਬਸ ਫਿਰ ਸਾਥ ਦੀ ਬਦੌਲਤ ਤੇ ਮੈਂ ਅੱਜ ਇੱਥੇ ਆ। ਘਰਦਿਆਂ ਨੇ ਕੁੜੀ ਨੂੰ ਇਸ ਫੀਲਡ 'ਚ ਭੇਜ ਦਿੱਤਾ ਹੈ ਨਾ, ਜਿਹੜਾ ਹੋ ਸਕਦਾ ਖਤਰਿਆਂ ਭਰਿਆ ਹੋਵੇ ਜਾਂ ਜਿਹੜਾ ਔਖਾ ਹੋਵੇ, ਤੇ ਉਹਨਾਂ ਨੂੰ ਖਿਆਲ ਆਉਂਦਾ ਕਿ ਇਹਦੇ ਨਾਲ ਹੁਣ ਵਿਆਹ ਕੌਣ ਕਰਾਏਗਾ। ਵੀ ਕਿਹੜਾ ਬੰਦਾ ਸੋਚੇਗਾ ਕਿ ਮੈਂ ਹਾਂ ਬਾਕਸਰ ਨਾਲ ਵਿਆਹ ਕਰਾ ਲੂੰਗਾ, ਜਾਂ ਕਿਹੜਾ ਬੰਦਾ ਸੋਚੇਗਾ ਕਿ ਹਾਂਜੀ ਉਹ ਕੁੜੀ ਨਾਲ ਵਿਆਹ ਕਰਾ ਲਈਏ ਜਿਹੜੀ ਰੋਜ਼ ਖਤਰਿਆਂ 'ਚੋਂ ਨਿਕਲਦੀ ਹੈ। ਤੁਹਾਡਾ ਤਜਰਬਾ ਕੀ ਹੈ? ਮੈਡਮ ਮੈਂ ਤੁਹਾਨੂੰ ਦੱਸਦੀ, ਤੁਸੀਂ ਕਲੀਅਰਲੀ ਸੁਣਿਓ। ਗੱਲ ਇਦਾਂ ਸੀ ਕਿ ਜਦੋਂ ਮੈਂ ਐਨਸੀਸੀ ਦੇ ਵਿੱਚ ਮੈਡਲ ਲੈਂਦੀ ਸੀ ਆਪਣੀ ਕਾਬਲੀਅਤ ਦੇ ਆਧਾਰ ਤੇ ਹੁੰਦਾ ਸੀ ਹੈਨਾ, ਤੇ ਮੈਨੂੰ ਜਿੱਦਾਂ ਮੇਰੇ ਭਰਾ ਨੂੰ ਹੀ ਛੋਟੇ ਨੂੰ ਚੱਕੋ ਪਾਈ ਜਿੱਦਾਂ ਦੇਣੀ ਲੋਕਾਂ ਨੇ ਕਿ ਵੀ ਇਹਨੂੰ ਹੀ ਕਿਉਂ ਮਿਲਦੇ ਆ ਮੈਡਲ, ਇੰਨੀਆਂ ਕੁੜੀਆਂ ਆ ਉਹਨਾਂ ਨੂੰ ਕਿਉਂ ਨਹੀਂ ਮਿਲਦੇ, ਜਾਨੀ ਕਿ ਕਹਿ ਦੋ ਇੱਕ ਕਰੈਕਟਰ ਤੇ ਸਵਾਲ ਆ ਜਾਂਦਾ ਵੀ ਇਹਨੂੰ ਹੀ ਕਿਉਂ ਮਿਲਦੇ ਆ, ਇਹਦੇ ਤੇ ਕਿਉਂ ਸਾਰੇ ਪ੍ਰਭਾਵਿਤ ਆ ਨਾ। ਸੋ ਉਹ ਇੱਕ ਬਹੁਤ ਮੁਸ਼ਕਲ ਸਮਾਂ ਰਿਹਾ ਲਾਈਫ ਦੇ ਵਿੱਚ। ਉਸ ਤੋਂ ਬਾਅਦ ਮੇਰੇ ਪੇਰੈਂਟਸ ਨੂੰ ਜਿੱਦਾਂ ਕਹਿ ਦੋ ਜ਼ਿਆਦਾ ਚੱਕੋ ਪਾਈ ਦੇਣੀ ਕਿ ਵੀ ਇਹਨੂੰ ਤੁਸੀਂ ਬਹੁਤ ਗਲਤ ਫੀਲਡ 'ਚ ਪਾਇਆ, ਜੇ ਇਹਦੀ ਕੋਈ ਲੱਤ ਬਾਂਹ ਟੁੱਟ ਗਈ ਇਹਨਾਂ ਕੌਣ ਵਿਆਹ ਕਰਾਊਗਾ, ਇਹ ਕਿਹੜੇ ਕੰਮਾਂ 'ਚੋਂ ਕੰਮ ਆ, ਤੁਸੀਂ ਰੋਕਦੇ ਨਹੀਂ। ਤੇ ਫਿਰ ਉਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋਣੀ ਵੀ ਸੀ, ਮੇਰੇ ਹਸਬੈਂਡ ਜਿੱਦਾਂ ਉਹਨਾਂ ਜਦੋਂ ਇਹ ਪ੍ਰਸਤਾਵ ਰੱਖਿਆ ਹੀ ਸੀ, ਉਹ ਇੰਗਲੈਂਡ ਦਾ ਪਹਾੜ ਫਤਿਹ ਕਰਕੇ ਆਏ ਸੀ। ਤੇ ਮੈਂ ਉਹਨਾਂ ਨੇ ਜਦੋਂ ਮੈਨੂੰ ਕਿਹਾ ਵੀ ਮੈਂ ਤੇ ਨਾ ਵੀ ਵਿਆਹ ਕਰਾਉਣਾ ਚਾਹੁੰਦਾ ਕਿਉਂਕਿ ਆਪਾਂ ਇੱਕ ਫੀਲਡ ਦੇ ਆ ਤੇ ਮੈਂ ਤੇ ਤੋਂ ਪ੍ਰਭਾਵਿਤ ਵੀ ਆ ਹਨਾ, ਵੀ ਮੈਨੂੰ ਇਹੋ ਜਿਹਾ ਕੋਈ ਚਾਹੀਦਾ ਸੀ ਸਾਥੀ। ਤੇ ਫਿਰ ਮੈਂ ਜਿੱਦਾਂ ਇਹੀ ਗੱਲ ਕਹੀ ਸੀ, ਮੈਂ ਕਿਹਾ ਵੀ ਮੇਰੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈਗਾ, ਪਰਬਤ ਆਰੋਹੀ ਆ, ਕਿਤੇ ਵੀ ਪੈਰ ਫਿਸਲ ਗਿਆ, ਕਿਤੇ ਵੀ ਧਿਆਨ ਭੰਗ ਹੋ ਗਿਆ ਤੇ ਜ਼ਿੰਦਗੀ ਦਾ ਕੁਝ ਪਤਾ ਨਹੀਂ ਹੈਗਾ ਹਨਾ, ਵੀ ਇਸ ਚੀਜ਼ ਦੇ ਵਿੱਚ ਸ਼ਾਇਦ ਮੈਂ ਕੰਫਰਟੇਬਲ ਨਾ ਹੋਵਾਂ। ਤੇ ਫਿਰ ਹੌਲੀ ਹੌਲੀ ਜਿੱਦਾਂ ਇੱਕ ਦੂਜੇ ਨੂੰ ਸਮਝਣਾ ਵੀ ਆ, ਮੇਰੇ ਗੁਣਾਂ ਦੀ ਕਦਰ ਕੀਤੀ ਆ, ਮੇਰੇ ਹਨਾ ਮੈਨੂੰ ਸਪਾਂਸਰਸ਼ਿਪ ਕੀਤੀ, ਮੇਰੇ ਗੁਣਾਂ ਦੀ ਕਦਰ ਕੀਤੀ, ਤਾਂ ਫਿਰ ਉਸ ਹਿਸਾਬ ਨਾਲ ਫਿਰ ਜਿੱਦਾਂ ਦਿਲ ਮਿਲਿਆ, ਜਿੱਦਾਂ ਕਹਿ ਦੋ ਕਿ ਕੁਦਰਤ ਨੇ ਕੋਈ ਫਰਿਸ਼ਤਾ ਹੀ ਭੇਜ ਦਿੱਤਾ ਵੀ ਮੈਨੂੰ ਕੋਈ ਰੋਕ ਟੋਕ ਨਹੀਂ ਆ, ਨਾ ਸੱਸ ਸਹੁਰੇ ਵੱਲੋਂ ਤੇ ਨਾ ਹਸਬੈਂਡ ਵੱਲੋਂ ਕੋਈ ਰੋਕ ਟੋਕ ਨਹੀਂ ਹੈ ਕਿ ਜਿੱਥੇ ਮਰਜ਼ੀ ਮੈਂ ਪ੍ਰੈਕਟਿਸ ਕਰਾਂ, ਜਿਹੋ ਜਿਹੇ ਮਰਜ਼ੀ ਕੱਪੜੇ ਪਾਵਾਂ, ਜਿੱਦਾਂ ਦੀ ਹੁੰਦੀ ਖੇਡਾਂ ਦੀ ਡਰੈਸ ਹੈ ਨਾ। ਸੋ ਉਸ ਹਿਸਾਬ ਨਾਲ ਫਿਰ ਹੁਣ ਮੇਰੇ ਪੇਰੈਂਟਸ ਵੀ ਬਹੁਤ ਜ਼ਿਆਦਾ ਖੁਸ਼ ਆ। ਤੇ ਉਸ ਪਿਆਰੇ ਜਿਹੇ ਜੀਵਨ ਸਾਥੀ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਹੈਗਾ ਮਿਸਟਰ ਰਾਜਕੁਮਾਰ, ਉਹ ਇੰਗਲੈਂਡ ਦੇ ਵਿੱਚ ਆ। ਅੱਛਾ। ਤੇ ਹੁਣ ਮੇਰੀ ਫੈਮਿਲੀ ਵੀ ਸਾਰੇ ਬਹੁਤ ਖੁਸ਼ ਆ। ਜਦੋਂ ਮੇਰੇ ਫਾਦਰ ਇਨ ਲੋ ਸਾਹਿਬ ਕੰਮ ਤੋਂ ਆਉਂਦੇ ਆ ਤੇ ਉਹ ਕਹਿ ਦਿੰਦੇ ਆ ਕਿ ਪ੍ਰਿਆ ਦੀ ਫਿਲਮ ਲਾ ਕੇ ਦਿਓ, ਮੈਂ ਦੇਖਣੀ। ਤੇ ਉਹ ਮੇਰੇ ਲਈ ਇੱਕ ਪ੍ਰਾਊਡ ਮੂਮੈਂਟ ਹੁੰਦਾ ਆ ਕਿ ਵੀ ਇਹ ਮੇਰੇ ਸਹੁਰਾ ਸਾਹਿਬ ਮੇਰੀ ਫਿਲਮ ਦੇਖਣਾ ਚਾਹੁੰਦੇ, ਵੀ ਮੈਂ ਪਹਾੜ ਚੜ੍ਹਦੀ ਆ ਜਾਂ ਮੇਰੀ ਇੰਟਰਵਿਊਆਂ ਹੁੰਦੀਆਂ ਨਾ। ਸੋ ਜਿੱਦਾਂ ਕਹਿ ਦੋ ਜੇ ਮੈਂ ਕੁਆਰੀ ਸੀ ਤਾਂ ਮੈਂ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ, ਜਿੱਥੇ ਜੰਮੀ ਉੱਥੇ ਕੀਤਾ, ਉਹਨਾਂ ਦਾ ਕੀਤਾ, ਆਂਢ ਗੁਆਂਢ ਦਾ ਵੀ ਨਾ। ਤੇ ਹੁਣ ਜਦੋਂ ਵਿਆਹ ਹੋ ਗਿਆ ਤੇ ਹੁਣ ਮੇਰਾ ਉਹ ਫਰਜ਼ ਬਣ ਗਿਆ ਕਿ ਮੈਂ ਸਹੁਰਾ ਪਰਿਵਾਰ ਦਾ ਵੀ ਉਹ ਨਾਮ ਬੁਲੰਦੀਆਂ ਤੇ ਲਿਜਾਵਾਂ। ਸੋ ਇੱਕ ਹੈਗੀ ਦਿਲੀ ਖੁਆਇਸ਼ ਕਿ 7 ਮਹਾਦੀਪਾਂ ਦੇ ਵਿੱਚੋਂ ਇੱਕ ਮਹਾਦੀਪ ਫਤਿਹ ਜਦੋਂ ਕਰੂੰਗੀ ਤਾਂ ਮੈਂ ਆਪਣੇ ਸੱਸ ਸਹੁਰੇ ਦਾ ਵੀ ਕਹਿ ਦੋ ਉਹਨਾਂ ਦੀ ਤਸਵੀਰ ਵੀ ਉੱਥੇ ਲਿਜਾਊਂਗੀ ਤੇ ਉਹਨਾਂ ਨੂੰ ਮੇਰੇ ਤੇ ਮਾਣ ਹੋਊਗਾ। ਇੱਕ ਬਹੁਤ ਹੀ ਵੱਖਰੀ ਗੱਲ ਸੁਣੀ ਹੈ ਕਿਉਂਕਿ ਸਹੁਰਿਆਂ ਦੇ ਵਿੱਚ ਤਾਂ ਕੁੜੀਆਂ ਤੋਂ ਉਮੀਦ ਕੀਤੀ ਜਾਂਦੀ ਹੈ, ਭਾਵੇਂ ਪੜ੍ਹੀਆਂ ਲਿਖੀਆਂ ਵੀ ਹੋਣ, ਕਿ ਉਹ ਖਾਣਾ ਚੰਗਾ ਬਣਾਉਂਦੀਆਂ ਹੋਣ, ਉਹਨਾਂ ਨੂੰ ਰੋਟੀ ਸਬਜ਼ੀ ਭਾਜੀ ਬਹੁਤ ਵਧੀਆ ਬਣਾਉਣੀ ਆਉਂਦੀ ਹੋਵੇ, ਘਰ ਪਰਿਵਾਰ ਦੇ ਕੰਮ ਕਰਨੇ ਆਉਣੇ ਚਾਹੀਦੇ ਨੇ। ਤੇ ਚੁਣੌਤੀ ਜ਼ਿੰਦਗੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਿਹੜੀ ਰਹੀ? ਚੁਣੌਤੀ ਰਹੀ ਆ ਚੁਣੌਤੀ ਮੈਡਮ ਇਹੀ ਰਹੀ ਆ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਵੀ ਕਹਿੰਦੇ ਸੀ ਵੀ ਇਹਨੂੰ ਹੀ ਕਿਉਂ ਮਿਲਦਾ ਆ। ਸੋ ਉਹ ਸਭ ਤੋਂ ਵੱਡੀ ਇੱਕ ਗੱਲ ਸੀਗੀ ਕਿ ਮਤਲਬ ਘਰ ਦੇ ਵਿੱਚ ਇੰਨਾ ਕੁ ਕਲੇਸ਼, ਇੰਨੀ ਕੁ ਉਹ ਅੱਗ ਲੱਗ ਚੁੱਕੀ ਸੀ ਨਾ ਕਿ ਹਲੇ ਵੀ ਕੁਛ ਹੱਦ ਤੱਕ ਉਹ ਮਿਟੀ ਨਹੀਂ ਹੈਗੀ। ਤੇ ਪਰ ਫਿਰ ਵੀ ਕੋਈ ਗੱਲ ਨਹੀਂ ਸੀ। ਅੱਜ ਜਿਹੜੇ ਲੋਕ ਇੱਦਾਂ ਕਰਦੇ ਸੀ, ਅੱਜ ਮੈਂ ਸਟੇਜਾਂ 'ਤੇ ਬੋਲਦੀ ਹਾਂ, ਮੈਨੂੰ ਸਮਾਜ ਰਤਨ ਅਵਾਰਡ ਨਾਲ ਵੀ ਨਵਾਜਿਆ ਗਿਆ, ਪਰ ਉਹ ਲੋਕ ਥੱਲੇ ਖੜੇ ਹੋ ਕੇ ਦੇ ਵੀ ਉਹੀ ਕੁੜੀ ਆ।
ਹਨਾ। ਤੁਸੀਂ ਕਮਿਊਨਿਟੀ ਦਾ ਜ਼ਿਕਰ ਕੀਤਾ ਸੀ ਜੀ। ਨਾ ਬਈ ਜਦੋਂ ਜਾਣਾ ਸੀ ਤੁਸੀਂ ਆਪਣੇ ਬਈ ਕਮਿਊਨਿਟੀ ਦਾ ਨਾਮ ਰੋਸ਼ਨ ਹੋਏਗਾ। ਤੁਹਾਡੀ ਕਮਿਊਨਿਟੀ ਹੁਣ ਤੁਹਾਨੂੰ ਕਿੰਨਾ ਕੁ ਲੈਂਦੀ ਹੈ ਤੇ ਕਿੰਨੀ ਤੁਹਾਨੂੰ ਸਪੋਰਟ ਮਿਲਦੀ ਹੈ? ਬਹੁਤ ਜ਼ਿਆਦਾ ਇੱਜ਼ਤ ਸਤਿਕਾਰ ਮਿਲਿਆ। ਸੋ ਮੈਨੂੰ ਇਹ ਲੱਗਦਾ ਕਿ ਇਹ ਹੁਣ ਸੁਪਨਾ ਮੇਰਾ ਨਹੀਂ ਰਹਿ ਗਿਆ, ਇਹ ਮੇਰੀ ਕਮਿਊਨਿਟੀ ਦਾ ਵੀ ਨਾਲ ਆ ਵੀ ਮੈਂ ਹਿਮਾਲਿਆ ਪਰਬਤ ਨੂੰ ਫਤਿਹ ਕਰਾਂ। ਪੜ੍ਹਦੇ ਵੀ ਤੁਸੀਂ ਪੜ੍ਹਨ ਦਾ ਜੀ, ਸ਼ੌਕ ਰੱਖਦੇ ਹੋ ਜੀ। ਤੇ ਉਹ ਪੜ੍ਹਨ ਦਾ ਸਿਲਸਿਲਾ ਕਿਉਂ ਹੈ? ਕਿਹੜੀ ਗੱਲੋਂ ਤੁਹਾਡੀ ਸੋਚ ਕਿਹੜੀ ਹੈ ਜਿਹੜੀ ਤੁਹਾਨੂੰ ਪਰਬਤਾਰੋਹੀ ਹੋਣ ਦੇ ਬਾਵਜੂਦ ਇੱਕ ਫਿਲਾਸਫੀ ਨੂੰ ਪੜ੍ਹਨ ਦੇ ਲਈ ਪ੍ਰੇਰਿਤ ਕਰਦੀ ਹੈ? ਗਿਆਨ ਹਾਸਲ ਕਰਨਾ ਚਾਹੁੰਦੀ। ਗਿਆਨ ਕਿਤੋਂ ਵੀ ਮਿਲ ਜਾਏ ਲੈ ਲੈਣਾ ਚਾਹੀਦਾ। ਕਿਤਾਬਾਂ ਦਾ ਪੜ੍ਹਨ ਦਾ ਹੱਕ ਬਹੁਤ ਜ਼ਿਆਦਾ ਮੁਸ਼ਕਲ ਦੇ ਨਾਲ ਸਾਨੂੰ ਮਿਲਿਆ ਆ। ਸੋ ਇਸ ਕਰਕੇ ਉਹ ਮੌਕਾ ਜਾਇਆ ਨਹੀਂ ਜਾਣ ਦੇਣਾ ਚਾਹੁੰਦੀ। BA MA ਕਰਨ ਤੋਂ ਬਾਅਦ ਹੁਣ ਜਿੱਦਾਂ ਅਗਰ ਮੈਂ ਬਾਹਰ ਚਲੀ ਜਾਂਦੀ ਆ ਤਾਂ ਫਿਰ ਮੈਂ ਉੱਥੇ PhD ਜਿਹੜੀ ਆ ਉਹ ਬਰਮਿੰਗਮ ਯੂਨੀਵਰਸਿਟੀ ਤੋਂ ਕਰੂੰਗੀ। ਤੇ ਜਿੱਦਾਂ ਕਹਿ ਦੋ ਇਹ ਆਪਣੇ ਤੇ ਡਿਪੈਂਡ ਆ ਵੀ ਅਸੀਂ ਕਿੰਨੇ ਕੁ ਗੁਣ ਨਾਲ ਜੋੜਦੇ ਜਾਣਾ ਚਾਹੁੰਦੇ ਆ। ਸੋ ਮੈਂ ਪੜ੍ਹੇ ਲਿਖੇ ਹੋਣ ਦੇ ਨਾਲ ਇੱਕ ਬੁੱਧੀਜੀਵੀ ਹੋਣਾ ਪਸੰਦ ਕਰੂੰਗੀ ਅਰੇ ਵਾਹ। ਤੇ ਨਾਲ ਇੱਕ ਪਰਬਤਾਰੋਹੀ ਤਾਂ ਮੈਂ ਹੈ ਹੀ। ਬਾਕੀ ਅੱਗੇ ਕੁਦਰਤ ਦੇਖੋ ਕਿੱਧਰ ਨੂੰ ਹੋਰ ਰਸਤੇ ਨਿਕਲਦੇ ਆ। ਤੇ ਅੱਜ ਜਿੱਥੇ ਵੀ ਮੈਂ ਇਸ ਫੀਲਡ ਦੇ ਵਿੱਚ ਆ, ਅਗਰ ਮੈਨੂੰ ਇਹੋ ਜਿਹੀ ਵਧੀਆ ਫੈਮਿਲੀ ਮਿਲੀ ਆ ਜਾਂ ਮੈਨੂੰ ਇੰਨੀ ਇੱਜ਼ਤ ਮਾਣ ਮਿਲਿਆ ਆ, ਸੋ ਇਹ ਸਾਰਾ ਕੁਝ ਹਿਮਾਲਿਆ ਦੀ ਬਦੌਲਤ ਹੀ ਆ ਤੇ ਇਹ ਕੁਦਰਤ ਦੀ ਕਿਰਪਾ ਹੀ ਹੋ ਗਈ ਆ। ਬਸ ਬਹੁਤ ਧੰਨਵਾਦ ਆ। ਪ੍ਰਿਆ ਹੋਰਾਂ ਨਾਲ ਗੱਲ ਕਰਕੇ ਮੈਨੂੰ ਬਾਰ-ਬਾਰ ਇਹ ਗੱਲ ਮੈਨੂੰ ਇਸ ਕਰਕੇ ਕਹਿਣੀ ਪੈ ਰਹੀ ਹੈ ਕਿਉਂਕਿ ਮੈਨੂੰ ਬੇहद ਖੁਸ਼ੀ ਇਸ ਕਰਕੇ ਹੈ। ਪ੍ਰਿਆ ਦੀ ਪ੍ਰਾਪਤੀ ਸਿਰਫ ਇੱਕ ਪਰਬਤਾਰੋਹੀ ਦੀ ਨਹੀਂ ਹੈ, ਇੱਕ ਬੁੱਧੀਜੀਵੀ ਕੁੜੀ ਬਣਨ ਦੀ ਵੀ ਹੈ। ਔਰ ਮੈਨੂੰ ਲੱਗਦਾ ਇਹਦੇ 'ਚ ਪ੍ਰਿਆ ਆਪਣੀ ਇਸ ਤੱਕ ਦੀ ਉਮਰ 'ਚ ਕਾਮਯਾਬ ਹੋ ਰਹੀ ਹੈ ਤੇ ਮਾਸ਼ਾਅੱਲਾ ਆਉਣ ਵਾਲੇ ਬਹੁਤ ਸਾਰੇ ਸਾਲ ਤੁਹਾਡੇ ਕੋਲ ਨੇ, ਉਹਦੇ ਵਿੱਚ ਤੁਸੀਂ ਹੋਰ ਵੀ ਰੋਸ਼ਨ ਜ਼ਹਿਨ ਵਾਲੀ ਇੱਕ ਔਰਤ ਬਣੋ, ਸਾਰਿਆਂ ਲਈ ਪ੍ਰੇਰਨਾ ਬਣੋ। ਔਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਤੁਹਾਨੂੰ ਦੇਖ ਕੇ ਪ੍ਰੇਰਨਾ ਲੈਣ। ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਬਸ ਇਹੀ ਕਹਿਣਾ ਚਾਹੂੰਗੀ ਤੇ ਕੁੜੀਆਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ ਤੇ ਨਾਲ ਦੀ ਨਾਲ ਅੱਜ ਕੱਲ੍ਹ ਜਿੱਦਾਂ ਦਾ ਮਾਹੌਲ ਚੱਲਦਾ ਹੀ ਆ ਕਿ ਜਿੱਦਾਂ ਰੇਪ ਕੇਸ ਹੁੰਦੇ ਆ ਜਾਂ ਲੁੱਟ ਖੋਹੀ ਆ, ਤੇ ਕੁੜੀਆਂ ਜ਼ਿਆਦਾਤਰ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਤੋਂ ਧਿਆਨ ਵੱਧ ਤੋਂ ਵੱਧ ਹਟਾ ਕੇ ਆਪਣੀ ਮਾਰਸ਼ਲ ਆਰਟ ਸਿੱਖਣੀ ਚਾਹੀਦੀ ਹੈ ਤਾਂ ਕਿ ਉਹ ਵਧੀਆ ਆਪਣੇ ਆਪ ਨੂੰ ਇੱਕ ਉਹਨਾਂ ਦਾ ਆਪਣਾ ਬਚਾਅ ਕਰ ਸਕਣ, ਆਪਣੇ ਪਰਿਵਾਰ ਦੀ ਵੀ ਰਾਖੀ ਕਰ ਸਕਣ ਤੇ ਆਪਣਾ ਵਧੀਆ ਸਿਰਤ ਬਣਾਉਣੀ ਚਾਹੀਦੀ ਆ। ਮੈਨੂੰ ਲੱਗਦਾ ਹੈ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ ਇੱਕ ਸਿਰਫ ਪਰਬਤਾਰੋਹੀ ਕੁੜੀ ਨੂੰ ਨਹੀਂ ਮਿਲੇ ਜਿਸਨੇ ਢੇਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਬਹੁਤ ਸਾਰੇ ਵਿਰੋਧਾਂ ਨੂੰ ਪਾਰ ਕਰਕੇ ਉੱਚੀਆਂ ਚੋਟੀਆਂ, ਹਜ਼ਾਰਾਂ ਫੁੱਟ ਉੱਚੀਆਂ ਚੋਟੀਆਂ ਸਰ ਕੀਤੀਆਂ, ਬਲਕਿ ਸਾਡੇ ਅੱਜ ਦੇ ਪ੍ਰੋਗਰਾਮ ਦੀ ਪ੍ਰਾਪਤੀ ਇਹ ਵੀ ਹੈ ਕਿ ਉਹ ਕੁੜੀ ਦਿਮਾਗੀ ਤੌਰ ਤੇ ਵੀ ਰੋਸ਼ਨ ਹੈ ਔਰ ਆਪਣੇ ਜ਼ਹਿਨ ਨੂੰ ਉਸ ਤੋਂ ਵੀ ਜ਼ਿਆਦਾ ਹੋਰ ਰੋਸ਼ਨ ਕਰਨਾ ਚਾਹੁੰਦੀ ਹੈ, ਆਪਣੀ ਕਮਿਊਨਿਟੀ ਲਈ ਤੇ ਪੂਰੀ ਔਰਤ ਜ਼ਾਤ ਦੇ ਲਈ ਇੱਕ ਚਾਨਣ ਮੁਨਾਰਾ ਬਣਨਾ ਚਾਹੁੰਦੀ ਹੈ। ਅਸੀਂ ਉਸ ਨੂੰ ਬਹੁਤ ਸਾਰੀਆਂ ਦੁਆਵਾਂ ਦਿੰਦੇ ਹਾਂ, ਸ਼ੁਭ ਇੱਛਾਵਾਂ ਦਿੰਦੇ ਹਾਂ, ਉਸ ਦੀਆਂ ਸਾਰੀਆਂ ਕਾਮਯਾਬੀਆਂ, ਸਾਰੇ ਸੁਪਨੇ, ਸਾਰੀਆਂ ਇੱਛਾਵਾਂ ਪੂਰੀਆਂ ਹੋਣ ਦੇ ਲਈ। ਔਰ ਧੰਨਵਾਦ ਪ੍ਰਿਆ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।